ਇਹ ਆ ਕਿ ਮੈਂ ਪਿਛਲੇ 32 ਸਾਲ ਦੇ ਵਿੱਚ ਮੈਂ ਇੱਕ ਆਪਣਾ ਮੇਰਾ ਬਿਜ਼ਨਸ ਆ, ਮੈਂ ਇੱਕ ਬਿਜ਼ਨਸਮੈਨ ਆ ਤੇ ਮੈਂ ਨਾਲ ਦੀ ਨਾਲ ਆਪਣਾ ਸੋਸ਼ਲ ਦਾ ਕੰਮ ਵੀ ਕਰ ਰਿਹਾ, ਸੋਸ਼ਲ ਐਕਟੀਵਿਟੀ ਵੀ ਕਰ ਰਿਹਾ, ਜਿਹਦੇ ਵਿੱਚ ਮੈਂ ਰੋਡ ਐਕਸੀਡੈਂਟ, ਬਲਾਈਂਡ ਬੱਚਿਆਂ ਦਾ ਤੇ ਅਨਨੋਨ ਡੈੱਡ ਬੋਡੀਆਂ ਦਾ ਹੁਣ ਕੋਵਿਡ-19 ਦੇ ਵਿੱਚ ਵੀ ਮੈਂ 70,000 ਤੋਂ ਉੱਪਰ ਸੈਨੀਟਾਈਜ਼ਰ ਤੇ ਮਾਸਕ ਵੰਡੇ ਨੇ। ਇਹ ਸਾਰੀ ਦੇ ਵਿੱਚ ਟੋਟਲ ਦੇ ਵਿੱਚ ਅੱਜ ਤੱਕ ਪਿਛਲੇ 32 ਸਾਲ ਦੇ ਵਿੱਚ ਮੈਂ ਕਿਸੇ ਤੋਂ 1 ਰੁਪਇਆ ਡੋਨੇਸ਼ਨ ਨਹੀਂ ਲਈ, ਨਾ ਕਿਸੇ ਤੋਂ ਮੈਂ ਗੌਰਮੈਂਟ ਤੋਂ ਏਡ ਲਈ ਆ ਤੇ ਨਾ ਮੈਂ ਕਿਸੇ ਤੋਂ ਕੋਈ ਝਾਕ ਕਰਦਾ। ਹੁਣ ਮੈਂ ਤੁਹਾਨੂੰ ਮੇਨ ਪੁਆਇੰਟ ਤੇ ਆਉਣ ਲੱਗਿਆ। ਅੱਜ ਦਾ ਮੁੱਦਾ ਸਰ ਇਹ ਆ ਕਿ ਇੱਥੇ ਜੀਰਕਪੁਰ ਦੇ ਵਿੱਚ ਇੱਕ MMD ਵਾਲੇ ਤੇ ਇੱਕ ਗੋਲਡਨ ਸੈਂਟ ਘੋਲੀ ਵਾਲੇ ਆਪਣੇ ਆਪ ਨੂੰ ਬਿਲਡਰ ਦੱਸਦੇ ਨੇ। ਉਹ ਬਿਲਡਰ ਨਹੀਂ ਹੈਗੇ ਆ, ਉਹ ਬਹੁਤ ਵੱਡੇ ਠੱਗ ਨੇ। ਠੱਗੀਆਂ ਵੀ ਕਿੱਦਾਂ ਮਾਰਦੇ ਨੇ, ਪੁਲਿਸ ਦੀ ਮਿਲੀ ਭੁਗਤੀ ਨਾਲ ਮਾਰਦੇ ਨੇ, ਕਿਉਂਕਿ ਲੋਕਾਂ ਨਾਲ ਠੱਗੀਆਂ ਮਾਰ ਕੇ ਟੋਟਲ ਇਹ ਕੀ ਕਰਦੇ ਨੇ, ਹਿੱਸੇ ਵੰਡਦੇ ਨੇ, ਹਿੱਸੇ ਦਿੰਦੇ ਨੇ। ਪੁਲਿਸ ਇਹਨਾਂ ਨੂੰ ਬਚਾ ਰਹੀ ਆ। ਇਸ ਬੰਦਿਆਂ ਦੇ ਉੱਪਰ ਇਹ ਤੁਹਾਨੂੰ ਬੜਾ ਮਿਸਗਾਈਡ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਬੰਦਿਆਂ ਨੂੰ ਮੈਂ ਜ਼ਮੀਨ ਵੇਚੀ ਸੀ 11/8/2008 ਨੂੰ ਜੀ, 29 ਕਰੋੜ 15 ਲੱਖ ਰੁਪਏ ਦੀ। ਮੈਂ ਇਹਨਾਂ ਨੂੰ 6 ਮਹੀਨਿਆਂ ਦੇ ਵਿੱਚ ਇਹਨਾਂ ਨੇ ਮੈਨੂੰ ਸਾਰੀ ਪੇਮੈਂਟ ਕਰਨੀ ਸੀ 29 ਕਰੋੜ 15 ਲੱਖ ਰੁਪਈਆ। ਇਸ ਬੰਦਿਆਂ ਨੇ ਕੀ ਕੀਤਾ, 11/8/2008 ਨੂੰ ਮੈਂ ਹਜੇ ਐਗਰੀਮੈਂਟ ਹੀ ਬਣਾ ਰਿਹਾ ਡੇਰਾਬੱਸੀ ਵਿੱਚ ਬੈਠ ਕੇ। ਇਹਨਾਂ ਨੇ ਜਦੇ ਨਿਮੰਤਰਣ ਮੈਲੇ ਪੈਸੇ ਦੇ ਵਿੱਚ 400-500 ਡੀਲਰ ਇਕੱਠਾ ਕੀਤਾ। ਉਹਨਾਂ ਤੋਂ ਮੇਰੇ ਜਾਲੀ ਨਕਸ਼ੇ ਮੇਰੀ ਜ਼ਮੀਨ ਦੇ ਬਣਾ ਕੇ ਉਸੇ ਦਿਨ ਹੀ ਕੋਈ CLU ਨਹੀਂ, ਕੋਈ NOC ਨਹੀਂ ਲਈ, ਕੋਈ ਕੁਛ ਨਹੀਂ ਲਿਆ। ਉੱਥੇ ਮੁਰਗੇ ਚੱਲਣਾ, ਪੂਰੇ ਐਨ ਸਪੀਕਰ ਚੱਲਣ, ਕਿਉਂ ਉਦੋਂ ਬੂਮ ਬੜਾ ਸੀ ਪ੍ਰਾਪਰਟੀ ਦਾ। ਇਹਨਾਂ ਨੇ ਉੱਥੋਂ 100 ਕਰੋੜ ਤੋਂ ਉੱਪਰ ਪੈਸਾ ਇਕੱਠਾ ਕੀਤਾ। 100 ਕਰੋੜ ਤੋਂ ਉੱਪਰ ਪੈਸਾ ਇਕੱਠਾ ਕਰਕੇ ਦੁਬਈ ਭੱਜੇ। ਦੁਬਈ ਜਾ ਕੇ ਇਹਨਾਂ ਨੇ ਆਪਣੀਆਂ ਹਵਾਲੇ ਥਰੂ ਪੈਸੇ ਲੈ ਗਏ। ਉੱਥੇ ਜਾ ਕੇ ਇਹਨਾਂ ਨੇ ਫਲੈਟ ਖਰੀਦੇ, ਵੱਡੇ ਬੰਗਲੇ ਖਰੀਦੇ। ਉਸ ਤੋਂ ਬਾਅਦ 3 ਮਹੀਨੇ ਬਾਅਦ ਇਹਨਾਂ ਨੇ ਮੇਰੀ ਫਿਰ ਪੇਮੈਂਟ ਦੇਣੀ ਸੀ, 15% ਪੇਮੈਂਟ ਦੇਣੀ ਸੀ। ਇਹਨਾਂ ਨੇ ਮੇਰੇ ਫੋਨ ਚੱਕਣੇ ਬੰਦ ਕਰਤੇ। ਜਿਹੜੇ ਵਿਚਾਲੇ ਇੱਕ ਮੇਰਾ ਮੀਡੀਆ ਤੋਂ ਅਫਸਰ ਸੀ ਵਿਚਾਰਾ, ਉਹਨੇ ਇਹਨਾਂ ਨੂੰ ਫਿਰ ਕਹਿ ਸੁਣ ਕੇ ਮੇਰੇ ਕੋਲ ਭੇਜਿਆ। ਉਸ ਤੋਂ ਬਾਅਦ ਵੀ ਇਹਨਾਂ ਨੇ ਮੈਨੂੰ ਥੋੜ੍ਹੀ ਜਿਹੀ ਪੇਮੈਂਟ ਦਿੱਤੀ। ਪੇਮੈਂਟ ਦੇਣ ਤੋਂ ਬਾਅਦ ਇਹਨਾਂ ਨੇ ਐਡੇ ਛਾਤਰ ਬੰਦੇ ਨੇ ਜਿਹੜੇ ਥੱਲੇ ਇਹਨਾਂ ਦੇ ਬੈਠ ਕੇ ਉੱਥੇ ਰਜਿਸਟਰੀਆਂ ਲਿਖਦੇ ਨੇ ਬੰਦੇ। ਜਦੋਂ ਤੁਹਾਨੂੰ ਪੜ੍ਹਾਉਂਦੇ ਨੇ ਉਦੋਂ ਕੁਝ ਹੋਰ ਹੁੰਦਾ, ਜਦੋਂ ਉਹ ਫਾਈਨਲ ਰਜਿਸਟਰੀ ਕੱਢਦੇ ਨੇ ਉਦੋਂ ਉਹਨੂੰ ਇੱਕਦਮ ਹੀ ਚੇਂਜ ਕਰ ਦਿੰਦੇ ਨੇ। ਮੈਂ ਤੁਹਾਨੂੰ ਤੁਹਾਡੇ ਚੈਨਲ ਮਾਧਿਅਮ ਰਾਹੀਂ ਦੱਸ ਰਿਹਾ ਵੀ ਜਦੋਂ ਤੁਸੀਂ ਕੋਈ ਵੀ ਰਜਿਸਟਰੀ ਬਿਲਡਰਾਂ ਤੋਂ ਕੋਈ ਪ੍ਰਾਪਰਟੀ ਖਰੀਦਦੇ ਹੋ ਜਾਂ ਕੋਈ ਰਜਿਸਟਰੀ ਲਿਖਦੇ ਹੋ ਜਾਂ ਲਿਖਾਉਂਦੇ ਹੋ, ਉਹਨੂੰ ਦੇਖ ਲਿਆ ਕਰੋ, ਕਿਉਂਕਿ ਜਦੋਂ ਤੁਹਾਨੂੰ ਪੜ੍ਹਾਉਂਦੇ ਨੇ ਉਹਦੇ 'ਚ ਕਾਲਮ ਕੁਝ ਹੋਰ ਲਿਖੇ ਹੁੰਦੇ ਨੇ ਔਰ ਜਦੋਂ ਫਾਈਨਲ ਰਜਿਸਟਰੀ ਹੁੰਦੀ ਨਿਕਲ ਗਈ ਉਹਦੇ ਵਿੱਚ ਕੁਝ ਹੋਰ ਹੁੰਦਾ। ਕਿਉਂ? ਇਹਨਾਂ ਦਾ ਜਿਹੜਾ ਮੇਨ ਮੋਟਿਵ ਹੁੰਦਾ ਠੱਗੀ ਮਾਰਨੀ ਆ। ਪਰ ਮੈਨੂੰ ਦੁੱਖ ਇਸ ਗੱਲ ਦਾ ਲੱਗ ਰਿਹਾ ਵੀ ਇੱਕ ਤੁਸੀਂ ਐਸੇ ਕਰਪਟ ਬੰਦਿਆਂ ਦੇ ਅਗੇਂਸਟ ਜਿਨ੍ਹਾਂ ਦੇ ਉੱਪਰ ਘੱਟੋ ਘੱਟ ਨਹੀਂ ਹੈ ਇਸ ਟਾਈਮ 8 ਅਪਰਾਧਿਕ ਮਾਮਲੇ ਦਰਜ ਨੇ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਅੱਜ ਤੱਕ ਕੋਈ ਬੇਲਾਂ ਨਹੀਂ ਕਰਾਈਆਂ। ਮੈਂ ਤੁਹਾਨੂੰ ਕੱਲੀ ਦਾ ਦੱਸ ਦਿੰਦਾ। FIR ਨੰਬਰ ਸ਼ੁਰੂ ਤੋਂ ਕਰ ਦਿੰਦਾ। FIR ਨੰਬਰ 86 ਖੰਨੇ ਦੇ ਵਿੱਚ ਦਰਜ ਆ। ਇਹ ਹੈਗੀ ਹੈ 19/4/2019 ਦੀ। ਅੱਜ ਤੱਕ ਇਸ ਬੰਦੇ ਨੇ ਜ਼ਮਾਨਤ ਨਹੀਂ ਕਰਾਈਆਂ। ਇੱਥੋਂ ਇਹਨਾਂ ਨੂੰ ਪੁਲਿਸ ਅਰੈਸਟ ਕਰਕੇ ਲੈ ਕੇ ਗਈ ਇੱਕ ਬੰਦੇ ਨੂੰ, ਅਮਿਤ ਨੰਦੇ ਨੂੰ। ਇਹਦੇ 'ਚ ਮੇਨ ਜਿਹੜਾ ਮਾਸਟਰਮਾਈਂਡ ਆ ਉਹ ਅਮਿਤ ਨੰਦਾ। ਉਹਦੇ ਪਿੱਛੇ ਜਿਹੜੇ ਕੰਮ ਕਰ ਰਹੇ ਨੇ ਪਵਨ ਸ਼ਰਮਾ ਤੇ ਸੰਜੀਵ ਖੰਨਾ। ਪਿੱਛੇ ਦਾ 400-500 ਬੰਦਾ ਇਹ ਇਹਨਾਂ ਦੇ ਮਗਰ ਕੰਮ ਰਿਹਾ। ਇੱਕ ਕੰਮ ਕਰ ਰਿਹਾ RK ਜੈਸਵਾਲ, STF ਦੇ ਵਿੱਚ ਲੱਗੇ ਹੋਏ ਨੇ, ਜਿਹੜਾ ਇਹਨਾਂ ਦਾ ਸਲੀਪਿੰਗ ਪਾਰਟਨਰ ਆ। ਉਹਨਾਂ ਨੂੰ ਹੁਣ ਜਦੋਂ ਪਿੱਛੇ ਪੰਜਾਬ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਪੁੱਛਿਆ ਗਿਆ, ਮੈਂ ਤੁਹਾਨੂੰ ਹੁਣੇ ਉਹਦੀ ਕਲਿੱਪਿੰਗ ਭੇਜੂਗਾ। ਉਹਦੇ ਜਦੋਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਜੀ ਅਮਿਤ ਨੰਦੇ ਦੀ ਮਦਦ ਕਰਦੇ ਹੋ, ਵੀ ਤੁਸੀਂ ਉਹਨੂੰ ਛਡਾਇਆ ਖੰਨੇ ਤੋਂ, ਪਹਿਲਾਂ ਸਾਫ਼ ਹੀ ਮੁੱਕਰ ਗਏ। ਕਹਿੰਦੇ ਜੀ ਮੈਂ ਤਾਂ ਉਹਨਾਂ ਨੂੰ ਛਡਾਇਆ ਹੀ ਨਹੀਂ ਹੈਗਾ। ਜਦੋਂ ਉਹਨੂੰ ਪੁੱਛਿਆ ਦੁਬਾਰੇ, ਕਹਿੰਦਾ ਜੀ ਮੈਂ ਤਾਂ ਇਕੱਲੇ ਨੇ ਥੋੜ੍ਹਾ ਫੋਨ ਕੀਤਾ ਜੀ, ਉੱਥੇ ਤਾਂ ਹੋਰ ਵੀ ਅਫਸਰਾਂ ਨੇ ਫੋਨ ਕੀਤੇ ਨੇ। ਮੈਂ ਕਿਹਾ ਚਲੋ ਕੋਈ ਨਹੀਂ, ਇਹ ਤਾਂ ਮੰਨ ਗਏ ਨਾ ਵੀ ਫੋਨ ਕਰਕੇ ਤੁਸੀਂ ਛਡਾ ਲਿਆ। ਉਸ ਤੋਂ ਬਾਅਦ SSP ਸੋਪਨ ਸ਼ਰਮਾ ਨੇ ਜੀ ਆਪਣੇ ਰੋਪੜ ਲੱਗੇ ਰਹੇ ਨੇ। ਉਹਨਾਂ ਨੇ ਕੀ ਕੀਤਾ, ਇਹਨਾਂ ਨੇ ਤੇ ਮੇਰੇ ਤੇ ਇੱਕ ਝੂਠਾ ਪਰਚਾ ਦਰਜ ਕਰਾਇਆ ਸੀ 8/4/2019 ਨੂੰ। ਇਹਨਾਂ ਨੇ ਕੀ ਕੀਤਾ ਸੀ ਕਿ ਜੀ ਆਲਮਜੀਤ ਸਿੰਘ ਮਾਨ ਨੇ ਸਾਡੇ ਕੁਝ ਡਾਕੂਮੈਂਟ ਜਾਲੀ ਤਿਆਰ ਕਰ ਲਏ। ਮਤਲਬ ਆਪ ਤਿਆਰ ਕੀਤੇ, ਆਪ ਤਿਆਰ ਕਰਕੇ ਮੈਨੂੰ ਰੈਜੂਲੇਸ਼ਨ ਪਾ ਕੇ ਮੈਨੂੰ ਦਿੱਤੇ। ਆਪਣੇ ਪਾਰਟਨਰ ਨੂੰ 67 ਲੱਖ ਰੁਪਇਆ ਦਵਾਤਾ, ਕੋਈ ਮੇਰੀ ਰਜਿਸਟਰੀ ਨਹੀਂ ਕਰਾਈ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡਾ ਕਿਸੇ ਪਾਸੇ ਕੋਈ ਨਹੀਂ, ਇੱਥੇ SSP ਨੂੰ ਪੈਸੇ ਦੇ ਕੇ ਇਹਨਾਂ ਤੇ ਮੇਰੇ ਤੇ ਝੂਠਾ ਪਰਚਾ ਕਰਾਤਾ। ਉਹ ਮੈਨੂੰ ਪਤਾ ਜੇ ਮੇਰੇ ਉੱਪਰ ਮਾਨਯੋਗ ਅਦਾਲਤਾਂ ਨਾ ਹੁੰਦੀਆਂ ਇਹ ਤਾਂ ਮੈਨੂੰ ਕਦੇ ਦੇ ਮਰਵਾ ਵੀ ਦਿੰਦੇ। ਮੈਂ ਮਾਨਯੋਗ ਅਦਾਲਤ ਜਾ ਕੇ ਇੱਕੋ ਗੱਲ ਆਖੀ, ਮੈਂ ਕਿਹਾ ਸਰ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਸਿਰਫ ਇਹ ਚਾਹੀਦਾ ਵੀ ਜਿਹੜਾ ਉਹ ਡਾਕੂਮੈਂਟ ਤਿਆਰ ਹੋਇਆ ਉਹ ਕਿੱਥੇ ਹੋਇਆ, ਮੈਨੂੰ ਉਸ ਡਾਕੂਮੈਂਟ ਬਾਰੇ ਦੱਸਿਆ ਜਾਵੇ। ਮਾਨਯੋਗ ਅਦਾਲਤ ਦੇ ਵਿੱਚ DGP ਪੰਜਾਬ ਨੇ ਐਫੀਡੇਵਿਟ ਦਿੱਤਾ, ਇਹ DGP ਪੰਜਾਬ ਨੇ, ਠੀਕ ਹੈ ਨਾ, 11/10/2019 ਨੂੰ ਵੀ ਜੀ ਇਹਨਾਂ ਦੀਆਂ ਮਲਟੀਪਲ ਇਨਕੁਆਇਰੀਆਂ ਚੱਲਦੀਆਂ ਨੇ ਵੀ ਸਾਨੂੰ ਇਹਦੇ ਵਾਸਤੇ ਟਾਈਮ ਚਾਹੀਦਾ। 60 ਦਿਨ ਦਾ ਟਾਈਮ ਲਿਆ। 60 ਦਿਨ ਦਾ ਟਾਈਮ ਲੈਣ ਤੋਂ ਬਾਅਦ ਮਾਨਯੋਗ DGP ਸਾਹਿਬ ਨੇ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ। ਜਿਹੜਾ ਇਹਨਾਂ ਨੇ ਮੇਰੇ ਤੇ ਪਰਚਾ ਦਰਜ ਕਰਾਇਆ ਸੀ ਉਹਦੇ ਤੇ ਇਹਨਾਂ ਦੇ 420 ਤੇ 120 ਦਿਨ ਦੇ ਕ੍ਰੋਸ ਪਰਚਾ ਹੋਇਆ।
ਉਹਦੇ ਵਿੱਚ ਵੀ ਨੰਗੇ ਤੁਰੇ ਫਿਰਦੇ ਨੇ। ਉਸ ਪਰਚੇ ਨੂੰ ਅੱਜ 20 ਦਸੰਬਰ 2019 ਦਾ ਪਰਚਾ ਉਹ ਰੱਖਿਆ। ਕੋਈ ਬੇਲ ਨਹੀਂ, ਕੋਈ ਕੁਛ ਨਹੀਂ ਹੈ। ਉਸ ਤੋਂ ਬਾਅਦ ਜਿਹੜੀ ਸਾਰਿਆਂ ਨਾਲੋਂ ਵੱਡੀ ਗੱਲ ਹੋਰ ਦੱਸਣ ਲੱਗਿਆ, ਇਹਨਾਂ ਦੇ ਹੱਥ ਦੇਖੋ ਸਹੀ ਤੁਸੀਂ ਵੀ ਕਿੱਡੇ ਇਹਨਾਂ ਨੇ ਹੱਥ ਚੱਕੀ ਹੋਈ ਆ। ਕੋਈ ਅਰੈਸਟ ਨਹੀਂ ਹੱਦ ਤੱਕ। ਮੈਨੂੰ ਤੁਹਾਨੂੰ ਹੁਣ ਮੈਂ ਤਾਂ ਬੇਲ ਲੈ ਲਈ ਆਪਣੀ, ਇਹਨਾਂ ਦੀ ਕੋਈ ਬੇਲ ਨਹੀਂ ਹੱਦ ਤੱਕ, ਕੋਈ ਅਪਲਾਈ ਵੀ ਨਹੀਂ ਕੀਤੀ, ਪੁਲਿਸ ਸਾਰੀ ਨਾਲ ਵੀ ਨਹੀਂ ਹੋਈ ਆ, ਮਤਲਬ ਹੀ ਨਹੀਂ ਜੀ। ਉਹੀ ਤਾਂ ਮੈਂ ਕਹਿ ਰਿਹਾ, 8 ਪਰਚੇ ਦਰਜ ਨੇ ਇਸ ਟਾਈਮ ਇਹਨਾਂ ਦੇ ਉੱਪਰ। 8 ਪਰਚੇ ਪੰਚਕੂਲੇ ਦੇ ਵਿੱਚ, ਖੰਨਾ ਦੇ ਵਿੱਚ, ਡੇਰਾਬੱਸੀ ਦੇ ਵਿੱਚ ਤੇ ਜ਼ੀਰਕਪੁਰ ਦੇ ਵਿੱਚ ਕੱਲੀ ਐਫਆਈਆਰ ਤੁਹਾਨੂੰ ਦੇ ਦਿੰਦਾ ਮੈਂ। ਔਰ ਇਸ ਬੰਦਿਆਂ ਦੇ ਉੱਪਰ ਇਸ ਟਾਈਮ ਤੁਹਾਨੂੰ ਇੱਕ ਮਿਸਗਾਈਡ ਕਰਨੀ ਹੈ ਸਾਰਿਆਂ ਨੂੰ, ਤੁਹਾਨੂੰ ਹੁਣ ਦੱਸ ਦਿੰਦਾ ਮੈਂ। ਇਹ ਕਹਿੰਦੇ ਨੇ ਜੀ ਮਾਨ ਦੇ ਉੱਪਰ 250 ਪਰਚਾ ਦਰਜ ਆ। ਤੁਸੀਂ ਇਹ ਦੇਖੋ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿੰਦਿਆਂ ਨੂੰ। ਮੈਂ ਇੱਕ ਸੁਪਰੀਮ ਕੋਰਟ ਤੋਂ ਕੇਸ ਲੜਿਆ ਪਿੱਛੇ, ਤੁਹਾਨੂੰ ਪਤਾ ਹੋਣਾ ਵੀ ਜਦੋਂ ਸੁਪਰੀਮ ਕੋਰਟ ਤੋਂ ਮੈਂ ਕੇਸ ਜਿੱਤ ਕੇ ਆਇਆ, 15 ਸਾਲ ਦੀ ਲੜਾਈ ਲੜੀ ਮੈਂ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ। ਜਦੋਂ ਮੈਂ ਪਿੱਛੇ ਤੁਹਾਨੂੰ ਪਤਾ ਵੀ ਬਲਾਈਂਡ ਬੱਚਿਆਂ ਦੀ ਮੈਂ ਇੰਸਟੀਚਿਊਟ ਵਾਸਤੇ ਫ੍ਰੀ ਅਕੈਡਮੀ ਵਾਸਤੇ ਮੈਂ ਦੱਸਿਆ ਜੀ ਤੁਹਾਨੂੰ, ਮੈਂ ਅਨਾਉਂਸ ਕੀਤੀ ਆ ਔਰ ਕੀਤੀ ਆ, ਕਰੂੰਗਾ ਵੀ। ਇਹ ਚੋਰਾਂ ਤੋਂ ਮੈਨੂੰ ਟਾਈਮ ਮਿਲੇ ਤਾਂ ਹੀ ਆ। ਉਹ ਮੇਰੀ ਜ਼ਮੀਨ ਸੀ, ਉਦੋਂ ਮੈਂ ਲਈ ਸੀ 1.5 ਕਰੋੜ ਰੁਪਏ ਦੀ, ਉਹ ਮੇਰੀ ਅੱਜ ਜ਼ਮੀਨ 100 ਕਰੋੜ ਰੁਪਏ ਦੀ ਆ। ਮੈਂ ਉਦੋਂ ਇਹ ਪਰਨ ਲਿਆ ਸੀ ਵੀ ਮੈਂ ਇਹਦੇ ਵਿੱਚ 5-7 ਕਰੋੜ ਰੁਪਏ ਦੀ ਬਲਾਈਂਡ ਬੱਚਿਆਂ ਵਾਸਤੇ ਅਕੈਡਮੀ ਖੋਲਾਂਗਾ ਵੀ, ਮੇਰੀ ਜ਼ਮੀਨ ਪਈ ਆ। ਉਸ ਜ਼ਮੀਨ ਦੇ ਵਿੱਚ ਵੀ ਐਸਐਸਪੀ ਚਹਿਲ, ਕੁਲਦੀਪ ਸਿੰਘ ਚਹਿਲ 2018 ਦੇ ਵਿੱਚ ਲੋਅਰ ਕੋਰਟ ਤੋਂ ਮੈਂ ਸੁਪਰੀਮ ਕੋਰਟ ਤੱਕ ਮੈਂ ਕੇਸ ਜਿੱਤ ਗਿਆ। ਐਸਐਸਪੀ ਚਹਿਲ ਸਾਹਿਬ ਨੇ ਮੇਰੀ ਜ਼ਮੀਨ ਤੇ ਜਾ ਕੇ ਕਬਜ਼ਾ ਕਰਾਉਣ ਦੀ ਫਿਰ ਕੋਸ਼ਿਸ਼ ਕੀਤੀ, ਮੇਰੀ ਟਰੈਕਟਰ ਚੱਕ ਕੇ ਲੈ ਆਇਆ। ਜਦੋਂ ਮੈਂ ਇਹਨਾਂ ਨੇ ਮੈਨੂੰ ਨਹੀਂ ਕੁਝ ਦਿੱਤਾ, ਮੈਂ ਹਾਈ ਕੋਰਟ ਗਿਆ। ਹਾਈ ਕੋਰਟ ਵਾਲਿਆਂ ਨੇ ਜਦੋਂ ਡਾਇਰੈਕਸ਼ਨਾਂ ਦਿੱਤੀਆਂ ਵੀ ਤੁਸੀਂ ਦੱਸੋ ਵੀ ਕੀ ਕਰਨਗੇ ਜੀ ਉੱਥੇ, ਵੀ ਜਦੋਂ ਉਹਨਾਂ ਨੂੰ ਹਾਈ ਕੋਰਟ ਤੋਂ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਉਹਨਾਂ ਨੂੰ ਕੇਸ ਜਿੱਤ ਕੇ ਆਏ ਨੇ ਵੀ ਫਿਰ ਤੁਸੀਂ ਉਹਨਾਂ ਦੀ ਜ਼ਮੀਨ ਤੇ ਕਿਉਂ ਗਏ। ਤਾਂ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ, ਅੱਖਾਂ ਪੂੰਝਣ ਵਾਸਤੇ ਆਪਣਾ ਐਸਐਚਓ ਸਸਪੈਂਡ ਕਰਤਾ। ਸਸਪੈਂਡ ਕਰਨ ਤੋਂ ਬਾਅਦ ਹਾਈ ਕੋਰਟ ਜਵਾਬ ਦਿੱਤਾ ਜੀ ਇਹਨੇ ਨਕਲੀ ਏਜੰਸੀ ਕੀਤੀ ਸੀ, ਮੈਂ ਉਹਨੂੰ ਸਸਪੈਂਡ ਕਰਤਾ। ਉਸ ਤੋਂ ਬਾਅਦ ਨੂੰ ਚੱਕ ਕੇ ਬਹਾਲ ਵੀ ਕਰਤਾ। ਉਹ ਇਹਨਾਂ ਨੇ ਮੇਰੀ ਐਫਆਈਆਰ ਕੈਂਸਲ ਕੀਤੀ। ਇਸ ਤੋਂ ਵੀ ਹੋਰ ਵਧੀਆ ਗੱਲ ਦੱਸਾਂ, ਇਹ ਕਹਿੰਦਾ ਨਾ ਵੀ ਬੇਲ ਤੇ ਆ ਜਾਂ ਕੁਛ ਵੀ ਆ, ਇਹ ਸਮਤ ਨੰਦੇ ਉਹਨਾਂ ਨੂੰ ਸ਼ਰਮ ਨਹੀਂ ਆ ਰਹੀ ਇਹ ਗੱਲਾਂ ਬੋਲਦਿਆਂ ਨੂੰ। ਇਹਨਾਂ ਨੂੰ ਮੈਂ ਅੱਜ ਤੁਹਾਨੂੰ ਤੁਹਾਡੇ ਚੈਨਲ 'ਤੇ ਦੱਸਦਾ ਨਾ, ਇਹਨਾਂ ਨੂੰ ਇਸ ਦੂਜਾ ਵਿਕਾਸ ਦੁਬੇ ਆ। ਅੱਜ ਮੇਰੀ ਗੱਲ ਦਾ ਨੋਟ ਕਰ ਲਿਓ, ਜਿਹੜਾ ਵਿਕਾਸ ਦੁਬੇ ਦਾ ਕਾਊਂਟਰ ਪੁਲਿਸ ਨੇ ਕੀਤਾ ਉਹ ਐਵੇਂ ਨਹੀਂ ਕੀਤਾ ਸੀ। ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਚੋਰ ਮੋਹਰੀਆਂ ਨੇ ਉਹਦੇ ਕੋਲੇ ਸੀ। ਔਰ ਕੱਲ੍ਹ ਨੂੰ ਇਹਨੂੰ ਵੀ ਪਤਾ, ਅਮਿਤ ਨੰਦਨ ਨੂੰ ਵੀ ਪਤਾ, ਇਸ ਬੰਦੇ ਨੂੰ ਪਤਾ ਵੀ ਜਦੋਂ ਇੱਥੇ ਕੋਈ ਮੋਹਾਲੀ ਦੇ ਵਿੱਚ ਇਮਾਨਦਾਰ ਐਸਐਸਪੀ ਲੱਗ ਗਿਆ ਆ ਕੇ, ਤਾਂ ਇੱਥੇ ਬਿਲਡਰਾਂ ਦੀ ਖੈਰ ਨਹੀਂ ਹੈਗੀ ਹੈ। ਇੱਥੇ ਜਿੰਨੇ ਵੀ ਬਿਲਡਰ ਕਰਪਟ ਬਿਲਡਰ ਨੇ ਸਾਰਿਆਂ ਨੂੰ ਹੀ ਮੈਂ ਕਹਿੰਦਾ ਹੈ, ਵਿੱਚ ਬਹੁਤ ਚੰਗੇ ਵੀ ਨੇ, ਪਰ 90% ਜਿਹੜੇ ਨੇ ਬਿਲਡਰ ਇੱਥੇ ਨੇ ਉਹ ਲੋਕਾਂ ਨਾਲ ਠੱਗੀਆਂ ਮਾਰ ਰਹੇ ਨੇ। ਇੱਕ ਫਲੈਟ ਨੂੰ 5-5 ਜਗ੍ਹਾ 'ਤੇ ਵੇਚ ਰਹੇ ਨੇ, ਪਲਾਟਾਂ ਨੂੰ 20 ਜਗ੍ਹਾ 'ਤੇ ਵੇਚ ਰਹੇ ਨੇ, ਕਿਸੇ ਨੂੰ 10 ਸਾਲ ਕੋਈ ਦਿੰਦੇ ਨਹੀਂ ਹੈ। ਇੱਕ ਬਿਲਡਰ ਦੀ 100 ਤੋਂ ਲੈ ਕੇ 500 ਤੱਕ ਕੰਪਲੀਟ ਕੀ 5-5000 ਤੱਕ ਕੰਪਲੀਟ ਪਈ ਆ। ਜਿਹੜਾ ਹੁਣ ਆਪਣੇ ਤੁਹਾਡੇ ਬਾਜ ਫੜੇ ਗਏ ਨੇ, ਇਹਦੇ ਉੱਪਰ ਆਪਣੇ ਆਹ 138 ਦੀਆਂ ਕੰਪਲੀਟਾਂ ਤੇ ਬਾਕੀ ਕੰਪਲੀਟਾਂ ਸੈਂਕੜੇ ਇਹਨੇ ਕੋਈ ਪਤਾ ਹੀ ਨਹੀਂ ਹੈ। ਇਹ ਤਾਂ ਹੁਣ ਜੇ ਆਪਣੇ 37 ਸੈਕਟਰ 10 ਜਿਹੜੇ ਉਹ ਆਪਣੇ ਹੈਗੇ ਨੇ ਕਮਿਸ਼ਨਰ ਸਾਹਿਬ ਜੀ, ਉਹਨਾਂ ਨੇ ਜੇ ਨਾ ਇਹਨੂੰ ਅਰੈਸਟ ਕਰਾਇਆ ਹੁੰਦਾ ਤਾਂ ਇਹਨੂੰ ਕਿਹਨੇ ਪੁੱਛਣਾ ਸੀ ਜੀ। ਇਸ ਤੋਂ ਬਿਨਾਂ ਜਿਹੜੇ ਹੋਰ ਕਿੰਨੇ ਬੈਠੇ ਨੇ, ਕਿਉਂਕਿ ਪੁਲਿਸ ਇਹਨੂੰ ਨਹੀਂ ਬਚਾ ਰਹੀ ਹੈ, ਪੁਲਿਸ ਬਚਾ ਰਹੀ ਆ ਆਪਣੇ ਆਪ ਨੂੰ ਵੀ ਜੇ ਇਹਨੂੰ ਕਿਸੇ ਨੇ ਪੁਲਿਸ ਨੇ ਫੜ ਲਿਆ ਇਹਨਾਂ ਦੇ ਸਾਰੇ ਰਾਜ ਖੋਲੂਗਾ। ਆਹ ਦੇਖੋ ਇਹਦੀ ਗੁੰਡਾਗਰਦੀ ਦੇਖੋ। 19/11/2019 ਨੂੰ ਮੇਰੀ ਹਾਈ ਕੋਰਟ ਦੇ ਵਿੱਚ ਤਰੀਕ ਲੱਗੀ ਹੋਈ ਆ। ਇਹ ਬੰਦਾ ਸਵੇਰੇ 7:30 ਵਜੇ ਜਾਂਦਾ, ਬੋਰਡ ਨਾਲ ਲੈ ਕੇ ਜਾਂਦਾ ਔਰ ਉੱਥੇ ਜਾ ਕੇ ਆਹ ਦੇਖੋ ਬੋਰਡ ਨਾਲ ਲਿਆ ਕੇ ਜਾ ਕੇ ਉੱਥੇ ਬੋਰਡ ਕੱਢਦਾ ਵੀ ਹਾਈ ਕੋਰਟ ਦੇ ਵਿੱਚ ਮੈਂ ਸ਼ੋਅ ਕਰ ਦਾਂਗਾ ਵੀ ਉੱਥੇ ਦਾ ਮੇਰਾ ਕਬਜ਼ਾ ਜ਼ਮੀਨ ਦਾ। ਇਹ ਤਾਂ ਇੰਨਾ ਸ਼ੁਕਰ ਆ ਵੀ ਉੱਥੇ ਸਾਡੇ CCTV ਕੈਮਰੇ ਲੱਗੇ ਹੋਏ ਸੀ। ਜੇ ਸਾਡੇ CCTV ਕੈਮਰੇ ਨਾ ਲੱਗੇ ਹੁੰਦੇ ਤਾਂ ਇਹ ਬੰਦਿਆਂ ਦੇ ਤਾਂ ਪਰਚੇ ਵੀ ਦਰਜ ਨਹੀਂ ਹੋਣੇ ਸੀ। ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ SSP ਦਫ਼ਤਰ ਜਾ ਕੇ ਬੈਠਾ ਰਿਹਾ, ਉਹ ਮੇਰਾ ਪਰਚਾ ਦਰਜ ਨਾ ਕਰਨ। ਮੈਂ ਉੱਥੇ ਜਾ ਕੇ ਧਰਨਾ ਲਾ ਲਿਆ। ਮੈਂ ਕਿਹਾ ਜੇ ਤੁਸੀਂ ਪਰਚਾ ਨਹੀਂ ਦਰਜ ਕਰੋਗੇ ਮੈਂ ਹਾਈ ਕੋਰਟ ਜਾਊਂਗਾ। ਉਸ ਤੋਂ ਬਾਅਦ ਸ਼ਾਮ ਨੂੰ ਇਹਨਾਂ ਨੇ ਪਰਚਾ ਦਿੱਤਾ, ਉਹ ਵੀ ਕੀ ਛੋਟੀਆਂ ਧਰਾਵਾਂ ਲਾ ਕੇ। ਔਰ ਦੇਖੋ ਕਿੱਡੇ ਪਾਵਰਫੁਲ ਨੇ, ਜਿਹੜੇ SHO ਨੇ ਪਰਚਾ ਦਿੱਤਾ ਉਹਨੂੰ ਨਾਲ ਦੀ ਨਾਲ ਟ੍ਰਾਂਸਫਰ ਕਰਾਤਾ। ਔਰ ਜਿਹੜੇ ਬੰਦਾ ਇਹਨਾਂ ਦੇ ਕੋਈ ਥੋੜ੍ਹਾ ਵੀ ਕੋਈ ਥੱਲੇ ਵਾਲਾ ਅਫਸਰ ਕੋਈ ਐਕਸ਼ਨ ਕਰਦਾ ਨਾ, ਇਮੀਡੀਏਟ ਉਹਦੀ ਟ੍ਰਾਂਸਫਰ ਕਰਾਉਂਦੇ ਨੇ ਔਰ ਆਪਣੀ ਮਰਜ਼ੀ ਦਾ ਅਫਸਰ ਲਵਾਉਂਦੇ ਨੇ। ਦੇਖੋ SSP ਸਾਹਿਬ ਨੂੰ ਮੈਂ ਇੱਕ ਗੱਲ ਕਹਿੰਦਾ, ਮੇਰਾ ਉਹਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ, ਜਾਂ ਮੇਰੀ ਜੈਸਵਾਲ ਸਾਹਿਬ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ, ਮੇਰੀ ਸ਼ੋਭਨ ਸਾਹਿਬ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਕਿ ਮੇਰਾ ਉਹਨਾਂ ਕੀ ਵਰਤਾ ਰੌਲਾ। ਮੇਰੀ ਲੜਾਈ ਸਿਰਫ ਇੱਕੋ ਹੀ ਆ ਵੀ ਜਿਹੜਾ ਅਫਸਰ ਸੱਚ ਨੂੰ ਸੱਚ ਨਹੀਂ ਕਹਿੰਦਾ, ਨਜਾਇਜ਼ ਕਰਦਾ, ਮੈਂ ਜੇ ਲੋਕਾਂ ਨਾਲ ਧੱਕਾ ਬਰਦਾਸ਼ਤ ਨਹੀਂ ਕਰਦਾ, ਮੈਂ ਆਪਣੇ 'ਤੇ ਬਰਦਾਸ਼ਤ ਕਰ ਸਕਦਾ। ਮੇਰੀ ਇੱਕੋ ਹੀ ਬੇਨਤੀ ਆ ਸਾਰਿਆਂ ਨੂੰ। ਤੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਮੇਨ ਗੱਲ ਆ, ਇਹ ਜਿਹੜੀ 250 ਗੱਲ ਦੀ ਕਰਦਾ, ਇਹ ਲੇਡੀ ਸੀ ਜਸਲੀਨ ਰੰਧਾਵਾ। ਇਹ ਮੈਂ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਮੈਂ ਕੇਸ ਜਿੱਤ ਕੇ ਆਇਆ। ਜਦੋਂ ਕੋਈ ਬੰਦਾ ਕੇਸ ਪਾਉਂਦਾ ਉਹਦੇ 'ਚ ਐਪਲੀਕੇਸ਼ਨ ਲਾਉਂਦਾ, ਕੋਈ ਅਮੈਂਡਮੈਂਟ ਲਾਉਂਦਾ, ਕੋਈ ਹੋਰ ਲਾਉਂਦਾ, ਇਹ ਇਕੱਲੀ ਲੇਡੀ ਦੇ 78 ਕੇਸ ਨੇ, ਇੱਕ ਲੇਡੀ ਦੇ। ਹਾਂਜੀ, ਇਸ ਤੋਂ ਬਾਅਦ ਇੱਥੇ ਮੇਰਾ ਰੈਸਟੋਰੈਂਟ, ਤੁਹਾਨੂੰ ਸਾਰਿਆਂ ਨੂੰ ਪਤਾ ਰਿਵੋਲਵਿੰਗ ਰੈਸਟੋਰੈਂਟ, ਉਹ ਲੈਣ ਲਾਉਣ ਨੇ ਮੈਨੂੰ ਜਿਹੜੀ ਸੀ ਉਹ
ਆਪਣੀ ਬਿਲਡਿੰਗ ਮੈਨੂੰ ਰਿਜ਼ਿਊਮ ਦਿੱਤੀ ਸੀ ਅਸੀਂ, ਚਲੋ ਮੈਂ ਕੇਸ ਪਾਇਆ, ਉਹਦੇ ਵੀ 70 ਕੇਸ ਜੀ, 150 ਕੇਸ ਬਣ ਗਿਆ। ਇਸ ਤੋਂ ਵਧੀਆ ਇੰਟਰਸਟਿੰਗ ਗੱਲ ਤੁਹਾਨੂੰ ਮੈਂ ਦੱਸ ਰਿਹਾ। ਆਹ ਦੇਖੋ, ਆਹ ਪਿੱਛੇ ਨੇ ਬੰਦੇ, ਇਹ ਬੰਦਿਆਂ ਦਾ ਮੇਰਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ। ਕੋਈ ਵਿਚਾਰਾ 13 ਸਾਲ ਦਾ ਆਲਮਜੀਤ ਸਿੰਘ ਆ, ਕੋਈ 25 ਸਾਲ ਦਾ ਆਲਮਜੀਤ ਸਿੰਘ ਆ, ਕਿਸੇ ਦਾ ਆਪਣੀ ਨਾਨੀ ਨਾਲ ਡਿਸਪਿਊਟ ਚੱਲਦਾ, ਕੋਈ ਕੁਛ ਚੱਲਦਾ। ਇਹ ਨੈੱਟ ਤੋਂ ਲਾ ਕੇ ਆਹ ਇੱਦਾਂ ਮਿਸਗਾਈਡ ਕਰਦਾ ਲੋਕਾਂ ਨੂੰ, ਠੀਕ ਹੈ ਨਾ। ਔਰ ਇਹ 'ਤੇ ਮੈਂ ਡੈਫਾਮੇਸ਼ਨ ਪਾਈ ਆ ਜੀ, ਠੀਕ ਹੈ ਨਾ ਮੇਰੀ ਗੱਲ। ਮਤਲਬ 4 ਕੇਸਾਂ ਦਾ ਇਹਨੇ 250 ਕੇਸ ਲੈ ਕੇ ਮਿਸਗਾਈਡ ਕਰਦਾ। ਫਿਰ ਕਹਿੰਦਾ ਵੀ ਮਾਨ ਬੇਲ 'ਤੇ ਆ, ਹੈਂ ਇਹ ਪ੍ਰੈਸ ਕਾਨਫਰੰਸ ਨਹੀਂ ਕਰ ਸਕਦਾ, ਹੈਂ ਇਹਨੂੰ ਪੁੱਛਣ ਵਾਲਾ ਵੀ ਇਹਦੇ ਜਵਾਬ ਦੀ ਸਾਹਿਬ ਮੈਨੂੰ ਕਿਹੜਾ ਰੋਕ ਦੂਗਾ ਮੇਰੇ ਸੱਚ ਨੂੰ ਦਬਾਉਣ ਵਾਸਤੇ। ਮੀਡੀਆ ਵਾਲਿਆਂ ਨੂੰ ਮਿਸਗਾਈਡ ਕਰਦਾ, ਹੈਂ ਜੀ। ਇਹਨੂੰ ਪੁੱਛੋ ਵੀ ਤੇਰੇ 'ਤੇ 8 ਪਰਚੇ ਦਰਜ ਨੇ, ਤੂੰ ਕਿੱਦਾਂ ਪ੍ਰੈਸ ਕਾਨਫਰੰਸਾਂ ਕਰਦਾ, ਤੂੰ ਇੱਥੇ ਆ ਕੇ ਕਿੱਦਾਂ ਬੈਠ ਕੇ ਪ੍ਰੈਸ ਕਾਨਫਰੰਸ, ਤੂੰ ਅਜੇ ਤੱਕ ਬੇਲ ਵੀ ਨਹੀਂ ਕਰਾਈ। ਮੈਂ ਤਾਂ ਆਪਣੇ ਹੱਕ ਦੀ ਲੜਾਈ ਵਾਸਤੇ ਫਿਰ ਵੀ ਇਹਦੇ 420 ਦਾ ਵਾਧਾ ਹੋਇਆ। ਇੱਕ ਹੋਰ 86 ਨੰਬਰ ਦੇ ਵਿੱਚ ਉਹ ਵੀ ਆਹ DGP ਸਾਹਿਬ ਨੇ ਫਿਰ ਦਿੱਤਾ ਡਾਇਰੈਕਟਰ BO ਸਾਹਿਬ ਨੂੰ। ਮੈਂ ਤਾਂ ਰੱਬ ਤੋਂ ਡਰ ਕਹਿੰਦਾ, ਇੱਥੇ ਇੱਕ ਪ੍ਰਬੋਧ ਕੁਮਾਰ ਜੀ ਸੀ, CBI 'ਚ ਰਹਿ ਕੇ ਆਏ ਸੀ ਆਪਣੇ ਡਾਇਰੈਕਟਰ BOI ਦੇ ਵਿੱਚ, ਔਰ ਹਾਈ ਕੋਰਟ ਤੇ ਉਹ ਮੇਰੇ ਸਿਰ 'ਤੇ ਨਾ ਹੁੰਦਾ। ਇਹ ਤਾਂ ਮੇਰੇ 'ਤੇ ਪਤਾ ਨਹੀਂ ਕਿੰਨੇ ਪਰਚੇ, ਹੁਣ ਵੀ ਮੈਨੂੰ ਪਤਾ, ਮੈਂ ਪ੍ਰਪੇਅਰ ਹਾਂ, ਹਜੇ ਵੀ ਪੁਲਿਸ ਇਹ ਕੰਮ ਕਰਨ ਲੱਗੀ ਹੋਈ ਆ। ਹੁਣ ਤੁਹਾਨੂੰ ਮੈਂ ਮੇਨ ਮੁੱਦੇ 'ਤੇ ਆਉਣਾ। ਆਹ ਹੁਣ ਦੇਖੋ ਤੁਸੀਂ, ਇਹਨਾਂ ਨੇ 8 ਰੇਟਾਂ ਪਾਈਆਂ ਪਿਛਲੇ 10/7 ਤੋਂ ਲੈ ਕੇ ਹੁਣ ਤੱਕ ਆਪਣੀਆਂ ਬੇਲਾਂ ਨੂੰ ਮਤਲਬ ਲੈਣ ਵਾਸਤੇ। ਫਿਰ ਇਹਨੂੰ ਅਸੀਂ ਕੁਐਸ ਕਰਾ ਦਈਏ, ਕਿਸੇ ਵੀ ਪਾਸੇ ਉਹਨਾਂ ਨੂੰ ਕੋਈ ਰਿਲੀਫ ਨਹੀਂ ਮਿਲਿਆ। ਇਕੱਲੀਆਂ 8 ਇਹਨਾਂ ਦੀਆਂ ਰਿਟਾਂ ਦਾ ਮੇਰੇ ਕੋਲ ਜਵਾਬ ਆ। ਮਾਨਯੋਗ ਅਦਾਲਤ ਨੇ ਇਹਨਾਂ ਨੂੰ ਕਿਸੇ ਪਾਸੇ ਰਿਲੀਫ ਨਹੀਂ ਦਿੱਤਾ। ਪੁਲਿਸ ਇਹਨਾਂ ਨੂੰ ਫਿਰ ਵੀ ਹੱਥ ਨਹੀਂ ਪਾ ਰਹੀ। ਆਮ ਕਿਸੇ ਬੰਦੇ ਦਾ ਕਿਸੇ, ਤੁਸੀਂ ਆਹ ਦੇਖ ਲਓ, ਆਹ ਹੁਣ ਸੈਣੀ ਸਾਹਿਬ ਦੀ ਬੇਲ ਰਿਜੈਕਟ ਹੋਈ ਆ ਜਾਂ ਕੁਛ ਵੀ ਹੋਇਆ, ਹੈਂ ਤੁਸੀਂ ਇਹ ਦੇਖੋ ਪੁਲਿਸ ਕਿੱਦਾਂ ਮਗਰ ਪਈ ਹੋਈ ਆ ਦੇ, ਠੀਕ ਹੈ ਨਾ। ਉਹ ਵੀ ਤਾਂ ਚਲੋ ਕ੍ਰਾਈਮ, ਉਹਨੇ ਤਾਂ ਕ੍ਰਾਈਮ ਕੀਤਾ, ਇਹਨੇ ਕਿੱਦਾਂ ਕ੍ਰਾਈਮ ਕੀਤਾ ਹੈ। 8 FIR ਦਰਜ ਹੋਣ, ਹੈਂ ਇਸ ਬੰਦੇ ਨੂੰ ਇਹ ਨੰਗਾ ਚੱਟਾ ਘੁੰਮ ਰਿਹਾ। ਔਰ SSP ਦੇ ਦਫ਼ਤਰ ਜਾ ਕੇ, ਔਰ SP ਦੇ ਦਫ਼ਤਰ ਦੇ ਵਿੱਚ ਅੱਜ CCTV ਫੋਟੋ 'ਚ ਕਢਾ ਲਓ, ਉਹਨਾਂ ਦੇ ਦਫ਼ਤਰਾਂ ਦੇ ਵਿੱਚ ਬੈਠ ਕੇ ਚਾਹਾਂ ਪੀਂਦੇ ਨੇ, ਕੌਫੀਆਂ ਪੀਂਦੇ ਨੇ। ਔਰ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਹੁਣ ਮੇਰੇ ਨਾਲ ਇੱਕ ਹੋਰ ਕਿੱਡੀ ਵੱਡੀ ਠੱਗੀ ਮਾਰੀ ਆ ਪੁਲਿਸ ਦੇ ਨਾਲ ਮਿਲ ਕੇ। 28/7/2019 ਨੂੰ ਅਮਿਤ ਨੰਦਾ ਮੇਰੇ ਅਗੇਂਸਟ ਡਾਇਰੈਕਟਰ BOI ਦੇ ਵਿੱਚ DGP ਨੂੰ ਕੰਪਲੇਂਟ ਦਿੰਦਾ ਕਿ ਜੀ ਮਾਨ ਨੇ ਮੇਰੇ ਨਾਲ ਫਲਾਨੀ ਜ਼ਮੀਨ 'ਚ ਠੱਗੀ ਮਾਰ ਲਈ। ਉਹਨਾਂ ਨੇ ਪੂਰੀ ਇਨਕੁਆਇਰੀ ਕੀਤੀ, ਥੋਰੋ ਇਨਕੁਆਇਰੀ ਕੀਤੀ, 6 ਮਹੀਨੇ ਇਹਦੇ ਡਾਕੂਮੈਂਟ ਮੰਗਾਏ, ਨੰਦੇ ਦੇ ਮੇਰੇ ਮੰਗਾਏ। ਉਹਨਾਂ ਨੇ ਉਹ ਚੱਕ ਕੇ ਫਾਈਲ ਕਰਤੀ ਵੀ ਇਹ ਸਿਵਲ ਮੈਟਰ ਆ, ਵੀ ਇਹ 'ਚ ਕੋਈ ਕੁਛ ਨਹੀਂ ਹੁੰਦਾ। SSP ਕੋਲੇ ਨਵੰਬਰ ਦੇ ਵਿੱਚ ਇਹਨੇ ਐਪਲੀਕੇਸ਼ਨ ਦਿੱਤੀ, ਉਹਨਾਂ ਨੇ ਵੀ ਵਾਪਸ ਭੇਜਤੀ ਵੀ ਇਹਦਾ ਅਸੀਂ ਕੁਝ ਨਹੀਂ ਕਰਨਾ, ਵੀ ਡਾਇਰੈਕਟਰ BOI ਸਾਹਿਬ ਦੇਖ ਰਹੇ ਨੇ। ਜਦੋਂ ਉਹਨੂੰ ਪਤਾ ਲੱਗਾ ਵੀ ਫਾਈਲ ਹੋ ਗਈ, ਇਹਨਾਂ ਨੇ ਕੀਤਾ ਉਹ ਤੋਂ ਨਵੀਂ ਐਪਲੀਕੇਸ਼ਨ ਲੈ ਲਈ, ਸੇਮ ਡਿੱਟੋ ਕਾਪੀ 28/7/19 ਦੀ ਕਾਪੀ, ਸੇਮ ਡੇਟ ਚੱਕ ਕੇ SSP ਚਹਿਲ ਸਾਹਿਬ ਨੇ ਤੇ ਹਰਬੰਦੀ ਫਾਂਸ ਨੇ ਮੇਰੇ ਪੁੱਛੇ ਬਿਨਾਂ ਚੱਕ ਕੇ ਮੇਰੇ ਤੇ 420 ਦਾ ਪਰਚਾ ਦਿੱਤਾ। ਉਹ ਮੈਂ ਹੁਣ ਮਾਨਯੋਗ ਅਦਾਲਤ ਦੇ ਥਰੂ ਔਰ ਡਾਇਰੈਕਟਰ DGP ਸਾਹਿਬ ਦੇ ਨਾਲ ਮਿਲ ਕੇ ਮੇਰੀ ਹੁਣ ਸਿੱਟ ਬਿਠਾਈ ਆ। ਸਿੱਟ ਦੇ ਵਿੱਚ ਇਹਨਾਂ ਨੇ ਕੀ ਕੀਤਾ, ਜਦੋਂ ਤਾਂ ਇਹਨਾਂ ਨੂੰ ਥੱਲੇ ਕੋਈ ਪੁਲਿਸ ਅਫਸਰ ਇਹਨਾਂ ਤੋਂ ਕੋਈ ਪੈਸੇ ਫੜ ਲੈਂਦਾ, ਹਾਂਜੀ ਫਿਰ ਤਾਂ ਕਹਿਣਗੇ ਜੀ ਅਫਸਰ ਬੜਾ ਵਧੀਆ ਜੀ, ਹੈਂ ਜਿਹੜਾ ਪੁਲਿਸ ਅਫਸਰ ਪੈਸੇ ਨਹੀਂ ਫੜਦਾ ਜਾਂ ਕੋਈ ਅਫਸਰ ਉਹਦੀਆਂ ਚੱਕ ਕੇ ਕੰਪਲੇਂਟਾਂ ਪਾਉਂਦੇ ਨੇ ਹਾਇਰ ਅਥਾਰਟੀ ਤੱਕ। ਹੁਣ ਜਦੋਂ ਪੁਲਿਸ ਨੂੰ ਪਤਾ ਲੱਗ ਗਿਆ ਮੇਰੀਆਂ 3 FIR ਨੇ, ਮੇਰੀ ਇੱਥੇ ਕਨੈਕਟਰ ਹੈਗੀਆਂ ਜੀ ਮੇਰੀਆਂ ਜ਼ਮੀਨਾਂ। SSP ਚਹਿਲ ਨੇ ਮੇਰੀਆਂ 3 FIR ਕੈਂਸਲ ਕੀਤੀਆਂ। ਇੱਕ FIR ਦੇ ਵਿੱਚ ਮਾਨਯੋਗ ਅਦਾਲਤ ਨੇ ਇਹਨਾਂ ਨੂੰ ਕਿਹਾ 21/7 ਨੂੰ ਜਿਹੜੀ ਇਹਨਾਂ ਦੇ ਉੱਪਰ ਪਰਚਾ ਹੋਇਆ, ਜਿਹੜੇ ਮੇਰੀ ਜ਼ਮੀਨ 'ਤੇ ਕਬਜ਼ਾ ਕਰਨ ਗਈ ਸੀ 11 ਮਾਨਯੋਗ ਅਦਾਲਤ ਨੇ 21/7 ਨੂੰ ਕਿਹਾ ਵੀ ਇਹ ਕੈਂਸਲੇਸ਼ਨ ਨਹੀਂ ਹੋਊਗੀ। ਤੁਸੀਂ ਹਿੰਮਤ ਦੇਖੋ SSP ਸਾਹਿਬ ਦੀ। 22 ਤਰੀਕ ਨੂੰ ਇਹਨਾਂ ਤੋਂ ਆਪਣੇ ਨੂੰ SHO ਨੂੰ ਤੇ SSP ਨੂੰ 22 ਤਰੀਕ ਨੂੰ ਕੈਂਸਲੇਸ਼ਨ ਭਰ ਰਹੇ ਨੇ ਆਰਡਰਾਂ ਤੋਂ ਬਾਅਦ ਵੀ, ਹੈਂ। ਔਰ ਉਸ ਤੋਂ ਬਾਅਦ ਇਹਨਾਂ ਨੇ ਹੁਣ ਕੀ ਕੀਤਾ, ਜਦੋਂ ਦੇਖਿਆ ਵੀ ਹੁਣ ਕੁਛ ਨਹੀਂ ਹੁੰਦਾ, ਚੱਕ ਕੇ ਮਾਨ ਦੀ ਜ਼ਮੀਨ 'ਤੇ 145 ਲਵਾ ਦਿਓ। ਦੇਖੋ ਤੁਸੀਂ ਕਿੱਥੇ ਤੱਕ ਮਤਲਬ ਪੁਲਿਸ ਜਾ ਰਹੀ ਆ, ਹੈਂ। ਚੱਕ ਕੇ ਜੀ ਉੱਥੇ SHO ਤੋਂ ਕਹਿਤਾ, ਉੱਥੇ ਕਲੰਦਰਾ ਲਵਾਤਾ। ਜ਼ਮੀਨ ਪੋਜੀਸ਼ਨ ਮੇਰੇ ਕੋਲੇ ਸਾਰੀ ਜ਼ਮੀਨ ਇਹਨਾਂ ਨੇ ਮੇਰੇ ਤੋਂ 29 ਕਰੋੜ ਦੀ ਕੀਤੀ, ਮੈਨੂੰ 13,58,00,000 ਰੁਪਇਆ ਦੇ ਕੇ ਅੱਜ ਮੇਰੀ ਜ਼ਮੀਨ ਇਹਨਾਂ ਨੇ ਸਾਰੀ ਖੁਰਦ-ਬੁਰਦ ਕੀਤੀ ਪਈ ਆ। ਇਹ ਤਾਂ ਸ਼ੁਕਰ ਆ ਮੇਰੇ ਕੋਲ ਪੋਜੀਸ਼ਨ ਸੀ, ਮੈਂ ਦਿੱਤਾ ਨਹੀਂ ਇਹਨਾਂ ਨੂੰ। ਇਹਨਾਂ ਨੇ ਹੁਣ ਚੱਕ ਕੇ SSP ਨੇ ਉਹਨੂੰ ਕਹਿ ਕੇ SHO ਨੂੰ ਉੱਥੇ ਜੀ 145 ਲਵਾਉਣ ਦਾ ਕਲੰਦਰਾ SDM ਸਾਹਿਬ ਨੂੰ ਦੇਤਾ। SDM ਸਾਹਿਬ ਨੇ ਕੀ ਕੀਤਾ, ਸਿਰਫ ਉਹਨਾਂ ਨੇ ਸਾਨੂੰ ਨੋਟਿਸ ਕੀਤਾ। ਇਸ ਬੰਦੇ ਨੇ ਕੀ ਕੀਤਾ, ਕੱਲ੍ਹ ਉੱਥੇ PSI ਸਬ ਇੰਸਪੈਕਟਰ ਅਜੀਤ ਸਿੰਘ ਭੇਜਾ ਜਿਹੜਾ IO ਆ, ਜਾ ਕੇ ਮੇਰੇ ਉਹਨੂੰ ਕੇਅਰ ਟੇਕਰ ਨੂੰ ਦਬਕੇ ਮਾਰਦਾ ਕਿ ਜੀ ਆਹ ਤੁਹਾਡੀ ਜ਼ਮੀਨ ਦੇ ਉੱਪਰ 145 ਲੱਗ ਗਈ ਆ, ਅਸੀਂ ਤਾਲੇ ਲਾਉਣੇ ਆ। ਮੈਨੂੰ ਫੋਨ ਆਇਆ, ਮੈਂ ਉਹਦੀ ਰਿਕਾਰਡਿੰਗ ਕੀਤੀ, ਫਿਰ ਭੇਜਾਂਗਾ ਮੈਂ ਸਾਰਿਆਂ ਨੂੰ। ਮੈਂ ਕਿਹਾ ਅਜੀਤ ਸਿੰਘ ਜੀ ਤੁਹਾਨੂੰ 145 ਦਾ ਇੱਕ ਦਾ ਮਤਲਬ ਪਤਾ ਕੀ ਹੁੰਦਾ? ਕਹਿੰਦਾ ਜੀ ਹਾਂ, ਕਹਿੰਦਾ ਜੀ ਸਾਨੂੰ ਅਫਸਰਾਂ ਦਾ ਹੁਕਮ ਆ ਵੀ ਇਹਨਾਂ ਦੇ ਤਾਲੇ ਲਾਓ ਦਫ਼ਤਰ ਨੂੰ। ਮੈਂ ਕਿਹਾ 145 ਇੱਕ ਦਾ ਮਤਲਬ ਇਹ ਹੁੰਦਾ ਵੀ ਸਿਰਫ ਸਾਨੂੰ ਨੋਟਿਸ ਹੋਇਆ ਜੇ, ਇਸ ਤੋਂ ਬਾਅਦ 146 ਲੱਗਣੀ ਆ, ਉਸ ਤੋਂ ਬਾਅਦ ਜਾ ਕੇ ਅਗਲੀ ਕਾਰਵਾਈ ਹੋਣੀ ਆ। ਕਹਿੰਦਾ ਸਰ ਫਿਰ ਮੈਨੂੰ ਪਤਾ ਨਹੀਂ ਜੀ, ਸੌਰੀ ਜੀ, ਮੈਂ ਵਾਪਸ ਚਲੇ ਜਾਣਾ। ਇਹ ਸਾਰੀ ਮੇਰੇ ਕੋਲ ਰਿਕਾਰਡਿੰਗ ਹੈ ਇਸ ਬੰਦਿਆਂ ਦੀ। ਮਤਲਬ ਕੀ ਆ, ਜਦੋਂ ਹੁਣ ਪੁਲਿਸ ਨੇ ਦੇਖਿਆ ਇਹਨਾਂ ਦੀ ਹੁਣ ਲੱਗਿਆ ਬਦਲੀ SSP ਸਾਹਿਬ ਦੀ, ਹਾਂਜੀ। ਇਹ ਇਹਨਾਂ ਨੇ ਹੁਣ ਇਹ ਸੋਚਿਆ ਵੀ ਜਾਣ ਤੋਂ ਪਹਿਲਾਂ ਹੋਰ ਤਾਂ ਮੇਰਾ ਕੁਛ ਹੈ ਨਹੀਂ, ਹੈਂ। SP ਹਰਮਨਦੀਪ ਫਾਂਸ ਹੋ ਗਿਆ, SHO ਹੋ ਗਿਆ, ਵੀ ਰਲ ਮਿਲ ਕੇ ਵੀ ਇਹਨਾਂ ਦੀ ਜ਼ਮੀਨ ਦੇ ਉੱਪਰ 145 ਲਵਾ ਕੇ ਤੁਰ ਜਾਓ।
ਪਰ ਸਾਡੇ ਤੇ ਮਾਨਯੋਗ ਅਦਾਲਤ ਬੈਠਾ, ਕੋਈ ਐਸੀ ਗੱਲ ਨਹੀਂ ਹੈ। ਜੇ 145 ਲਾ ਵੀ ਦੇਣਗੇ ਤਾਂ ਪਰਮਾਤਮਾ ਦੇ ਨਾਲ, ਜਦ ਤੱਕ ਮੇਰੇ ਕੋਲ ਮਾਨਯੋਗ ਅਦਾਲਤ ਹੈਗੀ ਆ, ਮੈਂ ਇਹਨਾਂ ਤੋਂ ਡਰਨ ਵਾਲਾ ਨਹੀਂ ਹੈ। ਔਰ ਮੇਰੀ ਤੁਹਾਨੂੰ ਇਹ ਬਾਰ-ਬਾਰ ਬੇਨਤੀ ਆ ਵੀ ਤੁਸੀਂ ਇਹ ਜਿਹੜੀ ਵੀ ਤੁਸੀਂ ਆਹ ਖਬਰ ਲਾਉਣੀ ਆ, ਜੇ ਤੁਹਾਨੂੰ ਲੱਗਦਾ ਮੇਰੀ ਖਬਰ ਦੇ ਵਿੱਚ ਕੋਈ ਸੱਚਾਈ ਹੈਗੀ ਆ ਤਾਂ ਲਾ ਦਿਓ, ਅਦਰਵਾਈਜ਼ ਬਿਲਕੁਲ ਨਾ ਲਾਇਓ।